ਇਹਨਾਂ ਦੀ ਫਰਦਰ ਜਾਰੀ ਹੈ ਇਸ ਕੇਸ ਦੇ ਵਿੱਚ। ਇਹ ਅਜੇ ਤੱਕ ਜੋ ਮੁੱਢਲੀ ਪੁੱਛਗਿੱਛ ਤੋਂ ਹੈ ਕਿ ਹਨੂਮਾਨਗੜ੍ਹ ਦੇ ਏਰੀਆ 'ਚ ਲੈ ਕੇ ਜਾਣੇ ਸੀ। ਦੂਸਰਾ ਜਿਹੜਾ ਸਾਡਾ ਸਪੈਸ਼ਲ ਕੈਂਪੇਨ ਡਰੱਗਸ ਦਾ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਤੇ ਚੱਲ ਰਿਹਾ ਹੈ, ਉਹਦੇ 'ਚ ਇਸ ਹਫਤੇ ਦੇ ਵਿੱਚ ਪੰਜਾਬ ਪੁਲਿਸ ਨੇ 258 FIR ਦਰਜ ਕੀਤੀਆਂ, ਜਿਹਦੇ 'ਚ 366 ਅਕਿਊਜ਼ ਜਿਹੜੇ ਨੇ ਅਰੈਸਟ ਕੀਤੇ ਆ। ਇਹਨਾਂ ਵਿੱਚੋਂ 258 ਦੇ ਵਿੱਚੋਂ 28 FIR ਜਿਹੜੀਆਂ ਨੇ ਕਮਰਸ਼ੀਅਲ ਕੁਆਂਟੀਟੀ ਦੀਆਂ, 199 FIR ਮੀਡੀਅਮ ਕੁਆਂਟੀਟੀ ਦੀਆਂ ਤੇ 41 FIR ਜਿਹੜੀਆਂ ਨੇ ਉਹ ਸਮਾਲ ਕੁਆਂਟੀਟੀ ਦੀਆਂ। ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ 28 FIR ਨੇ ਉਹਦੇ ਵਿੱਚ 37 ਜਿਹੜੇ ਵੱਡੇ ਸਮਗਲਰ ਅਰੈਸਟ ਕੀਤੇ ਗਏ। ਟੋਟਲ ਜਿਹੜੀਆਂ FIR ਦਰਜ ਹੋਈਆਂ ਉਹਦੇ 'ਚ ਸਭ ਤੋਂ ਵੱਧ FIR 25 ਫਿਰੋਜ਼ਪੁਰ 'ਚ ਦਰਜ ਹੋਈਆਂ, 19 ਹੁਸ਼ਿਆਰਪੁਰ 'ਚ ਤੇ 16 ਕਪੂਰਥਲਾ ਦੇ ਵਿੱਚ। ਜਿਹੜੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ FIR ਨੇ ਉਹ 'ਚ ਸਭ ਤੋਂ ਵੱਧ ਹੁਸ਼ਿਆਰਪੁਰ 'ਚ 5 ਦਰਜ ਹੋਈਆਂ, 2 FIR ਪਟਿਆਲੇ 'ਚ ਔਰ 2 ਜਿਹੜੀਆਂ ਨੇ SAS ਨਗਰ ਮੋਹਾਲੀ ਦੇ ਵਿੱਚ ਦਰਜ ਹੋਈਆਂ। ਰਿਕਵਰੀ ਜਿਹੜੀ ਪਿਛਲੇ ਹਫਤੇ ਦੀ ਹੋਈ ਹੈ ਉਹ 'ਚ 8 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ, 7 ਕਿਲੋ OPM ਦੀ ਰਿਕਵਰੀ ਹੋਈ ਹੈ, 19 ਕੁਇੰਟਲ ਪੌਪੀ ਹਸਕ ਦੀ ਰਿਕਵਰੀ ਹੈ, 1 ਕਿਲੋ ਭੰਗ, 17 ਕਿਲੋ ਗਾਂਜਾ ਰਿਕਵਰ ਹੋਇਆ ਹੈ, 2 ਕਿਲੋ ਨਾਰਕੋਟਿਕ ਪਾਊਡਰ ਔਰ ਕਾफ़ी ਵੱਡੀ ਕੁਆਂਟਿਟੀ ਦੇ ਵਿੱਚ ਜਿਹੜੀ ਆ ਡਰੱਗ ਮਨੀ ਰਿਕਵਰ ਹੋਈ ਹੈ। 1 ਕਰੋੜ 22 ਲੱਖ 36,290 ਰੁਪਏ ਡਰੱਗ ਮਨੀ ਰਿਕਵਰ ਹੋਈ ਹੈ। POs ਅਬਸਕੌਂਡਰ ਤੇ ਜਿਸ ਤਰ੍ਹਾਂ ਕੈਂਪੇਨ ਸਪੈਸ਼ਲ ਚੱਲ ਰਿਹਾ, 15 ਜਿਹੜੇ ਨੇ PO ਅਰੈਸਟ ਹੋਏ ਆ। ਮੈਡੀਕਲ ਜਿਹੜੀਆਂ ਪਿਲਸ ਨੇ ਔਰ ਜਿਹੜੇ ਮੈਡੀਕਲ ਡਰੱਗਸ ਨੇ ਉਹ 59,324 ਯੂਨਿਟਸ ਉਹਦੇ ਜਿਹੜੇ ਨੇ ਉਹ ਸੀਜ਼ ਕੀਤੇ ਗਏ ਨੇ ਇਸ ਟਾਈਮ 'ਚ। ਟੋਟਲ ਜਿਹੜੇ PO ਨੇ ਹੁਣ ਤੱਕ ਜਦੋਂ ਦੀ ਇਹ ਕੈਂਪੇਨ ਚੱਲੀ ਆ, 2 ਜੁਲਾਈ ਨੂੰ ਆਪਾਂ ਸਟਾਰਟ ਕੀਤੀ ਸੀ ਸਪੈਸ਼ਲ ਕੈਂਪੇਨ ਜਿਹੜੀ ਆ, ਉਹ 444 PO ਹੁਣ ਤੱਕ ਅਰੈਸਟ ਹੋਏ ਆ, ਸਿਰਫ ਤੇ ਸਿਰਫ NDPS ਐਕਟ ਦੇ। ਸੋ ਇਹ ਸਾਡੀਆਂ ਜਿਹੜੀਆਂ ਅਚੀਵਮੈਂਟਸ ਨੇ ਪਿਛਲੇ ਹਫਤੇ ਦੀਆਂ ਡਰੱਗਸ ਦੀਆਂ। ਹੁਣ ਤੁਸੀਂ ਕੋਈ ਕੁਐਸਚਨ ਤੁਹਾਡਾ ਹੋਵੇ। ਡਰੱਗ ਮਨੀ 1 ਕਰੋੜ 22 ਲੱਖ ਰੁਪਏ ਜਿਹੜੀ 1 ਕਰੋੜ 22 ਲੱਖ 36,290 ਰੁਪਏ ਰਿਕਵਰ ਹੋਈ ਹੈ। ਇਹ ਅਜੇ ਨਾ ਜੀ ਕਹਿਣਾ ਨਹੀਂ ਕਹਿ ਸਕਦੇ, ਕਿਉਂਕਿ ਅਜੇ 2 ਬੰਦੇ ਜਿਹੜੇ ਅਰੈਸਟ ਕੀਤੇ ਆ ਉਹ ਹਨੂਮਾਨਗੜ੍ਹ ਦੇ ਰਹਿਣ ਵਾਲੇ ਆ, ਲੈ ਕੇ ਜੰਮੂ ਕਸ਼ਮੀਰ ਤੋਂ ਆ ਰਹੇ ਸੀ। ਉਹ ਸੁਖਬੀਰ ਸਿੰਘ ਆ ਇੱਕ ਦਾ ਨਾਮ, ਇੱਕ ਦਾ ਨਾਮ ਬਿੰਦੂ ਸਿੰਘ ਆ। ਔਰ ਇਹ ਦੋਨੋਂ ਜਿਹੜੇ ਆ ਅੱਗੇ ਫਰਦਰ ਹਨੂਮਾਨਗੜ੍ਹ ਜੋ ਇਹਨਾਂ ਨੇ ਅਜੇ ਮੁੱਢਲੀ ਪੁੱਛਗਿੱਛ ਤੋਂ ਦੱਸਿਆ ਹੈ। ਹੁਣ ਜਦੋਂ ਰਾਜਸਥਾਨ ਪੁਲਿਸ ਨਾਲ ਵੀ ਸਾਡੀ ਟੀਮ ਟੱਚ 'ਚ ਆ, ਜਦੋਂ ਪ੍ਰੋਪਰ ਇੰਟੈਰੋਗੇਸ਼ਨ ਹੋਏਗੀ ਇਹਨਾਂ ਦੀ, ਉਦੋਂ ਸਾਰੇ ਫੈਕਟਸ ਰਿਵੀਲ ਹੋਣਗੇ। ਜਿੱਥੋਂ ਲੈ ਕੇ ਆਏ ਸੀਗੇ ਉਹ ਬੈਕਵਰਡ ਲਿੰਕੇਜ ਲੱਭਿਆ ਜਾਏਗਾ। ਫਿਰ ਜਿਹੜੇ ਅੱਗੇ ਬੰਦੇ 2 ਜਿਨ੍ਹਾਂ ਦੇ ਇਹਨਾਂ ਨੇ ਨਾਮ ਲਏ ਆ ਉਹ ਵੀ ਜਲਦੀ ਪਕੜ 'ਚ ਆ ਜਾਣਗੇ। ਫਿਰ ਉਹ ਸਾਰਾ ਜਿਹੜਾ ਨੈਕਸਸ ਆ ਉਦੋਂ ਹੀ ਬ੍ਰੇਕ ਹੋਏਗਾ ਜਦੋਂ ਫੜਿਆ। ਸਰ ਇਹ 3-4 ਦਿਨ ਪਹਿਲਾਂ ਜਿਹੜਾ ਲੁਧਿਆਣਾ ਤੋਂ ਇੱਕ 20 ਕਿਲੋ ਦੀ ਵਜ਼ਨ ਦੇ ਨਾਲ FCB ਨੇ ਵੀ ਤੁਹਾਡੇ ਕੋਲ ਪੰਜਾਬ ਪੁਲਿਸ ਦੀ ਕੋਆਰਡੀਨੇਸ਼ਨ ਨਾਲ ਇਹਦਾ ਕੁਝ ਲੱਗਿਆ ਪਤਾ ਕਿ ਜਿਹੜਾ ਨਹੀਂ, ਉਹਦੀ ਡਿਟੇਲ ਅਜੇ ਆਉਣੀ ਬਾਕੀ ਹੈ ਰਾਠੀ ਜੀ। ਉਹ ਐਕਚੁਅਲੀ NCB ਨੇ ਫੜਿਆ, ਉਹ ਅਜੇ ਸਾਡੇ ਨਾਲ ਸ਼ੇਅਰ ਕਰਨੀ ਉਹਨਾਂ ਨੇ। ਅਸੀਂ ਟੱਚ 'ਚ ਆ, ਜਦੋਂ ਫਰਦਰ ਡਿਟੇਲਸ ਆਉਂਦੀਆਂ ਫਿਰ ਆਪਾਂ ਸ਼ੇਅਰ ਕਰ ਲਾਂਗੇ। ਸਰ ਤੁਸੀਂ ਹਨੂਮਾਨਗੜ੍ਹ ਦੀ ਗੱਲ ਕੀਤੀ ਤੇ ਜਿਹੜੇ ਵੀ ਗੈਂਗਸਟਰ ਦਾ ਜਿਹੜਾ ਕਨੈਕਸ਼ਨ ਹੈ ਉਹ ਲਗਾਤਾਰ ਰਾਜਸਥਾਨ, ਕਿਉਂਕਿ ਕੱਲ ਵੀ ਜਿਹੜਾ ਗੁੱਡਾ ਫੜਿਆ ਗਿਆ ਉੱਥੇ ਫੜਿਆ ਗਿਆ, ਇਹ ਸਾਰਾ ਕਨੈਕਸ਼ਨ ਕਿਸ ਤਰ੍ਹਾਂ ਆ ਰਿਹਾ ਰਾਜਸਥਾਨ ਦਾ? ਜਿਹੜੇ ਵੀ ਗੜ ਹੈ ਇਹ ਜਿਹੜਾ ਦੇਖੋ ਬਾਰਡਰ ਸਟੇਟਸ ਜਿਹੜੀਆਂ ਹੁੰਦੀਆਂ ਨੇ ਨਾ, ਜਿੱਦਾਂ ਹੁਣ ਰਾਜਸਥਾਨ ਹਰਿਆਣਾ ਬਾਰਡਰ ਸਟੇਟ ਆਪਣੇ ਨਾਲ ਟੱਚ ਕਰਦੀਆਂ ਨੇ, ਬਾਉਂਡਰੀ ਆਪਣੇ ਨਾਲ ਲੱਗਦੀ ਹੈ। ਸੋ ਇਹਨਾਂ ਦੇ ਤਾਂ ਕ੍ਰਿਮੀਨਲਸ ਵਾਸਤੇ ਤਾਂ ਕੋਈ ਬਾਉਂਡਰੀ ਨਹੀਂ ਹੈ ਜੀ, ਉਹ ਤਾਂ ਵਿਦ ਇਨ ਦ ਕੰਟਰੀ ਤਾਂ ਇੱਕ ਫਰੀਕੁਐਂਟ ਮੂਵਮੈਂਟ ਹੋ ਜਾਂਦੀ ਇਹਨਾਂ ਦੀ। ਸੋ ਇਹ ਸਿਰਫ ਇਹ ਹੈ ਕਿ ਇਹ ਵਾਲਾ ਜਿਹੜਾ ਪਰਟੀਕੂਲਰ ਡਰੱਗਸ ਦਾ ਇਸ਼ੂ ਆ, ਇਹਦਾ ਉਹਦੇ ਨਾਲ ਕੋਈ ਲਿੰਕ ਹੈ ਕਿ ਨਹੀਂ ਲਿੰਕ ਹੈ ਇੰਨੀ ਜਲਦੀ ਨਹੀਂ ਕਿਹਾ ਜਾ ਸਕਦਾ, ਉਹ ਡਿਫਰੈਂਟ ਆ। ਬਟ ਅਦਰਵਾਈਜ਼ ਹਮੇਸ਼ਾ ਤੋਂ ਹੀ ਰਿਹਾ ਵਾ, ਇਹ ਕੋਈ ਨਵਾਂ ਨਹੀਂ ਹੈ। ਰਾਜਸਥਾਨ ਹਰਿਆਣਾ ਪੰਜਾਬ ਦੇ ਵਿੱਚ ਕ੍ਰਿਮੀਨਲਸ ਦਾ ਨੈਕਸਸ ਜਾਂ ਮੂਵਮੈਂਟ ਹਮੇਸ਼ਾ ਤੋਂ ਰਹੀ ਹੈ, ਕਿਉਂਕਿ ਇੱਕ ਤਾਂ ਮੇਨ ਰੋਡਸ ਆ ਉੱਥੋਂ। ਜੇ ਆਪਾਂ ਕੋਈ ਤੁਸੀਂ ਇੱਕ ਪੁਆਇੰਟ ਲੈ ਲਓ, ਰਾਜਸਥਾਨ ਨੂੰ ਜਿੱਦਾਂ ਸਰਸੇ ਨੂੰ ਜਾਂਦੀ ਹੈ ਜਾਂ ਪੰਜਾਬ ਤੋਂ ਹਰਿਆਣਾ ਥਰੂ ਜਿਹੜਾ ਹਰਿਆਣੇ ਦੇ ਥਰੂ ਰੋਡ ਜਾਂਦੀ ਡੱਬ ਵਾਲੀ ਰੋਡ, ਉਹ ਤਾਂ ਮੇਨ ਰੋਡ ਹੈ ਨਾ। ਛੋਟੇ ਛੋਟੇ ਪੁਆਇੰਟਸ ਬਹੁਤ ਜ਼ਿਆਦਾ ਨੇ, ਨਿੱਕੇ ਨਿੱਕੇ ਰਸਤੇ ਬਹੁਤ ਜ਼ਿਆਦਾ ਨੇ ਆਪਸ ਦੇ ਵਿੱਚ। ਸੋ ਇਹ ਹਮੇਸ਼ਾ ਤੋਂ ਰਿਹਾ ਹੈ, ਕੋਈ ਨਵੀਂ ਚੀਜ਼ ਨਹੀਂ ਹੈਗੀ। ਹਮੇਸ਼ਾ ਤੋਂ ਹੀ 3-4 ਸਟੇਟਸ ਜਿਹੜੀਆਂ, ਜਿੱਦਾਂ ਹਿਮਾਚਲ 'ਚ ਵੀ ਕਈ ਵਾਰੀ ਇੱਦਾਂ ਹੋ ਚੁੱਕਿਆ, ਸਾਡੇ ਕ੍ਰਿਮੀਨਲਸ ਹਿਮਾਚਲ 'ਚ ਵੀ ਅਰੈਸਟ ਹੋਏ ਆ। ਸੋ ਇੰਟਰ ਸਟੇਟ ਜਿਹੜਾ ਮੂਵਮੈਂਟ ਪਹਿਲਾਂ ਤੋਂ ਹੀ ਹੁੰਦੀ ਰਹੀ ਹੈ ਹਮੇਸ਼ਾ ਤੋਂ। ਇਹ ਸਭ ਕਾਫੀ ਚਰਚਾ ਚ ਰਿਹਾ ਕਿ ਨਰਿੰਦਰ ਰਿਜ਼ਾਰੀ ਜਿਹੜਾ ਆ ਮੌਤ ਹੋ ਗਈ ਹੈ, ਕਿ ਪੰਜਾਬ ਪੁਲਿਸ ਨੂੰ ਉਸ ਚੀਜ਼ ਦੀ ਕਨਫਰਮੇਸ਼ਨ ਨਹੀਂ, ਅਸੀਂ ਵੀ ਜਿਹੜੇ ਸੋਸ਼ਲ ਮੀਡੀਆ ਦੇ ਥਰੂ ਹੀ ਆ, ਕੋਈ ਸਾਡੇ ਕੋਲ ਇਹੋ ਜਿਹੀ ਇਨਫੋਰਮੇਸ਼ਨ ਨਹੀਂ ਹੈਗੀ। ਅਸੀਂ ਵੀ ਜਿੰਨਾ ਕੁ ਸਾਰਿਆਂ ਨੂੰ ਪਤਾ ਉਹਨਾਂ ਕੀ ਪਤਾ ਅਜੇ ਤੱਕ ਦੀ ਜੋ ਇਨਫੋਰਮੇਸ਼ਨ। ਜਦੋਂ ਕੋਈ ਐਕਟੀਵਿਟੀ ਹੁੰਦੀ ਸੀ, ਕੋਈ ਵਾਰਦਾਤ ਹੁੰਦੀ ਸੀ, ਫਿਰ ਆਪਾਂ ਤਕਰੀਬਨ ਆਪਾਂ ਟ੍ਰੇਸ ਆਊਟ ਕਰ ਲੈਂਦੇ ਸੀਗੇ ਰਿੰਦਾ ਦਾ ਹੱਥ। ਨਹੀਂ, ਉਹ ਅਸੀਂ ਐਵੀਡੈਂਸ ਦੇ ਬੇਸ ਤੇ ਕਰਦੇ ਸੀਗੇ।
ਜਦੋਂ ਕੋਈ ਬੰਦਾ ਫੜਿਆ ਜਾਂਦਾ ਹੈ, ਜਦੋਂ ਕਿਸੇ ਦਾ ਨਾਮ ਲੈਂਦਾ ਹੈ, ਜਦੋਂ ਨੈਕਸਸ ਬ੍ਰੇਕ ਹੁੰਦਾ ਹੈ, ਉਹ ਐਵੀਡੈਂਸ ਬੇਸਡ ਹੁੰਦਾ ਹਮੇਸ਼ਾ ਹੀ। ਸੋ ਇਹਦੇ ਵਿੱਚ ਕਿਉਂਕਿ ਇਦਾਂ ਦਾ ਅਜੇ ਤੱਕ ਆਪਣੇ ਕੋਲ ਇਨਫੋਰਮੇਸ਼ਨ ਨਹੀਂ ਹੈਗੀ, ਸੋ ਇਹ 'ਤੇ ਟਿੱਪਣੀ ਆਪਾਂ ਦੇ ਨਹੀਂ ਸਕਦੇ ਇਸ ਚੀਜ਼ ਦੀ। ਸੈਂਟਰਲ ਏਜੰਸੀ से कोई इन्फॉर्मेशन आई है सर? ਨਹੀਂ ਅਜੇ ਆਈ ਨਹੀਂ ਕੋਈ, ਉਹੀ ਮੈਂ ਕਹਿ ਰਿਹਾ ਓਫੀਸ਼ੀਅਲ ਇਨਫੋਰਮੇਸ਼ਨ ਕੋਈ ਨਹੀਂ ਆਈ ਅਜੇ ਪੰਜਾਬ ਪੁਲਿਸ ਕੋਲ। ਸੋ ਅਸੀਂ ਟਿੱਪਣੀ ਉਦੋਂ ਹੀ ਕਰ ਪਾਵਾਂਗੇ ਜਦੋਂ ਕੋਈ ਓਫੀਸ਼ੀਅਲ ਇਨਫੋਰਮੇਸ਼ਨ ਸਰ ਆਏ। ਗੋਲਡੀ ਬਰਾੜ ਦਾ लुकआउट नोटिस जारी किया गया था रेड कॉर्नर रोड। ਹਾਂ ਉਹ ਕੀਤਾ ਹੋਇਆ ਜੀ, ਸਾਡੇ ਕੋਲ ਆਲਰੇਡੀ ਇਸ਼ੂਡ ਆ। ਰੈੱਡ ਕਾਰਨਰ ਨੋਟਿਸ ਦਾ ਸਭ ਤੋਂ ਪਹਿਲਾ ਸਟੈਪ ਹੁੰਦਾ, ਉਸ ਤੋਂ ਬਾਅਦ ਆਇਡੈਂਟੀਫਾਈ ਹੋਏਗਾ, ਫਿਰ ਫਰਦਰ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਸਟਾਰਟ ਹੋਏਗਾ। ਸੋ ਰੈੱਡ ਕਾਰਨਰ ਨੋਟਿਸ ਤਾਂ ਆਲਰੇਡੀ ਬਹੁਤ ਦੇਰ ਤੋਂ ਇਸ਼ੂਡ ਹੈ। ਸਰ ਇਹ ਡੇਰਾ ਪ੍ਰੇਮੀ ਮਰਡਰ ਮਾਮਲੇ 'ਚ ਫਿਰ ਇੱਕ ਵਾਰੀ ਜੇਲ੍ਹਾਂ 'ਚ ਸਾਹਮਣੇ ਆਇਆ ਕਿ ਜੇਲ੍ਹ 'ਚ ਬੈਠ ਕੇ ਹਰਜਿੰਦਰ ਸਿੰਘ ਗਾਂਧੀ ਭੋਲਾ ਇਹਨਾਂ ਨੇ ਸਾਰੀ ਜਿਹੜੀ ਪਲੈਨਿੰਗ ਕੀਤੀ ਹੈ। ਜੀ ਉਹਦੇ ਜੀ ਵਿੱਚ ਹੁਣ ਪੁਲਿਸ ਕੀ ਕਰ ਰਹੀ ਹੈ, ਕਿਉਂਕਿ ਉਹਨਾਂ ਨੇ ਖੁਲਾਸੇ ਤਾਂ ਕੀਤੇ ਜਿਹੜੇ ਸ਼ਾਹਪੁਰ ਤੋਂ ਸਾਰੇ ਫੜੇ ਗਏ। ਜੀ ਤਾਂ ਜੀ ਇਹਨਾਂ ਨੇ ਇਹ ਵੀ ਗੱਲ ਕਹੀ ਕਿ ਵੀ ਜੇਲ੍ਹਾਂ 'ਚ ਬੈਠ ਕੇ ਸਾਰੀ ਪਲੈਨਿੰਗ ਹੋਈ ਹੈ। ਭੋਲਾ ਨੇ ਹਰਜਿੰਦਰ ਰਾਜੂ ਨੂੰ ਕਿਹਾ, ਫਿਰ ਅੱਗੇ ਤੋਂ ਅੱਗੇ ਜਿਹੜੀ ਪਲੈਨਿੰਗ ਹੋਈ ਦੇਖੋ ਜਿਹੜੇ ਕ੍ਰਿਮੀਨਲਸ ਹਾਰਡਕੋਰ ਜੇਲ੍ਹ ਦੇ ਵਿੱਚ ਹੈਗੇ ਆ, ਉਹਨਾਂ ਉੱਤੇ ਤਾਂ ਆਲਰੇਡੀ ਨਿਗਾਹ ਰੱਖੀ ਜਾ ਹੀ ਰਹੀ ਆ। ਜਿੰਨੀ ਜਿਹੜੀ ਇਹ ਵਾਲਾ ਪੂਰਾ ਨੈਟਵਰਕ ਆ ਜਿਹੜਾ ਪ੍ਰਦੀਪ ਮਰਡਰ ਕੇਸ ਦੇ ਵਿੱਚ ਵੀ, ਉਹਦੇ 'ਚ ਜਿਹੜੇ ਸ਼ੂਟਰ ਸੀਗੇ ਮੇਨ 6, ਉਹ ਸਾਰੇ ਫੜੇ ਗਏ ਆ। ਜਿਨ੍ਹਾਂ ਨੇ ਲੌਜਿਸਟਿਕ ਸਪੋਰਟ ਦਿੱਤੀ, ਉਹਦੇ ਵਿੱਚੋਂ ਵੀ ਕਾਫੀ ਫੜੇ ਗਏ ਆ। ਜਿਹੜੇ ਬੰਦਿਆਂ ਨੇ ਕਨਸਪੀਰੇਸੀ ਰਚੀ ਜੇਲ੍ਹ ਦੇ ਵਿੱਚ, ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈਣ ਦਾ। ਕੁਛ ਅਜੇ ਬੰਦੇ ਵਿੱਚੋਂ ਜਿਹੜੇ ਲੌਜਿਸਟਿਕ ਸਪੋਰਟ ਵਾਲੇ ਆ, ਕੁਛ ਬੰਦੇ ਅਜੇ ਫੜੇ ਜਾਣੇ ਬਾਕੀ ਆ। ਉਹ ਆਲਰੇਡੀ ਸਾਡੀ ਜਿਹੜੀਆਂ ਟੀਮਸ ਨੇ ਫਰੀਦਕੋਟ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਆ, ਉਸ 'ਤੇ ਕੰਮ ਕਰ ਰਹੀ ਹੈ। ਸੋ ਇਹ ਵਾਲੀ ਚੀਜ਼ ਤਾਂ ਸਾਹਮਣੇ ਆਈ ਹੈ। ਇੱਥੋਂ ਹੀ ਮਤਲਬ ਹੁਣ ਹਰ ਚੀਜ਼ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਨਾ। ਕਈ ਵਾਰੀ ਬ੍ਰੇਕ ਹੀ ਇਸ ਚੀਜ਼ ਤੋਂ ਹੁੰਦਾ, ਜਿਹੜੀ ਪ੍ਰੋਐਕਟਿਵਨੈਸ ਆ ਕਿ ਪੁਲਿਸ ਨੇ ਜੇਲ੍ਹ ਦੇ ਵਿੱਚ ਬੰਦਿਆਂ ਦੀ ਕੀ ਐਕਟੀਵਿਟੀ ਆ, ਉੱਤੇ ਵੀ ਨਜ਼ਰ ਰੱਖੀ ਹੋਈ ਹੈ। ਤਦੇ ਹੀ ਤੁਸੀਂ ਦੇਖਿਆ ਹੋਣਾ ਐਡਾ ਵੱਡਾ ਕ੍ਰਾਈਮ, ਇੰਨਾ ਸੈਂਸੇਸ਼ਨਲ ਕ੍ਰਾਈਮ, ਕੁਛ ਹੀ ਦਿਨਾਂ ਦੇ ਵਿੱਚ ਸਾਰੀਆਂ ਪਰਤਾਂ ਖੁੱਲ੍ਹ ਗਈਆਂ ਉਹਦੀਆਂ। ਮਤਲਬ ਕੁਛ ਕੁ ਦਿਨਾਂ ਦੇ ਵਿੱਚ ਸਾਰੇ ਬੰਦੇ ਫੜੇ ਗਏ, ਕੁਛ ਦਿੱਲੀ ਪੁਲਿਸ ਨੇ ਫੜੇ, ਕੁਛ ਪੰਜਾਬ ਪੁਲਿਸ ਨੇ ਫੜੇ। ਅਲਟੀਮੇਟਲੀ ਜਿਹੜਾ ਲਾਸਟ ਜਿਹੜਾ ਸ਼ੂਟਰ ਜਿਹੜਾ ਸੀਗਾ, 6ਵਾਂ ਜਿਹੜਾ ਸੀਗਾ, 6 ਹੀ ਬੰਦੇ ਸੀ ਜਿਹੜੇ ਮੇਨ ਜਿਨ੍ਹਾਂ ਨੇ ਸ਼ੂਟ ਕੀਤਾ ਸੀਗਾ, ਉਹ 6 ਦੇ 6 ਅਰੈਸਟ ਹੋ ਗਏ। ਲੇਕਿਨ ਸਰ ਸੇਮ ਇਹਨਾਂ ਦੀ ਮੋਡਸ ਆਪਰੈਂਡੀ, ਸੇਮ ਮੋਡਿਊਲ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਉਹਦੇ ਵਿੱਚ ਵੀ ਹਰਿਆਣਾ ਦੇ ਸ਼ੂਟਰ ਇੱਥੇ ਪਹੁੰਚਦੇ ਆ। ਸੇਮ ਡੇਰਾ ਪ੍ਰੇਮੀ ਦਾ ਹੋਇਆ, ਉਹਦੇ ਵਿੱਚ ਵੀ ਹਰਿਆਣਾ ਦੇ ਦੇਖੋ ਇਹਦਾ ਜਿਹੜਾ ਉਹਨਾਂ ਦੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈ, ਗੋਲਡੀ ਬਰਾੜ ਦਾ ਰੋਲ ਐਸਟੈਬਲਿਸ਼ ਹੋਇਆ ਇਹਦੇ ਵਿੱਚ। ਸੋ ਉਹ ਜਿਹੜਾ ਕਨੈਕਟ ਬੰਦਾ ਜਿਹੜਾ ਹਰਿਆਣੇ ਦੇ ਸ਼ੂਟਰਸ ਦਾ, ਪੰਜਾਬ ਦੇ ਦਾ, ਉਹ ਅਲਟੀਮੇਟਲੀ ਜਿਹੜਾ ਕਿੰਗ ਪਿਨ ਆ, ਜਿਹੜਾ ਸਾਰਿਆਂ ਨਾਲ ਕੋਆਰਡੀਨੇਟ ਕਰਦਾ, ਉਹ ਉਹਦੇ ਥਰੂ ਕਰਦਾ ਵਾ। ਸੋ ਤਦੇ ਸਾਡਾ ਫੋਕਸ ਹੁਣ ਪੂਰੇ ਦਾ ਪੂਰਾ ਉਸ 'ਤੇ ਹੈ ਕਿ ਲੀਗਲ ਪ੍ਰੋਸੈਸ ਫੋਲੋ ਕਰਕੇ ਉਹਨੂੰ ਵੀ ਜਲਦੀ ਲਿਆਂਦਾ ਸਰ। ਜਾਵੇ। ਲੇਕਿਨ ਇੱਕ ਗੱਲ ਹੋ ਰਿਹਾ ਕਿ ਤੁਸੀਂ ਕਹਿੰਦੇ ਸਾਈਬਰ ਸੈੱਲ ਐਕਟਿਵ ਹੈ ਸਾਡਾ, ਲੇਕਿਨ ਇਹ ਆਪਸ 'ਚ ਐਸੀ ਸੋਚ ਤੇ ਇਸ ਤਰ੍ਹਾਂ ਬਾਤ ਚੱਲ ਰਹੀ ਹੈ, 2 ਦਿਨ ਹੋ ਗਏ ਜਿੱਦਾਂ ਦੀ ਜਿੱਦਾਂ ਭਾਜੀ ਨੇ ਗੱਲ ਕੀਤੀ, ਉਸ ਤੋਂ ਬਾਅਦ ਲਗਾਤਾਰ ਪੋਸਟਾਂ ਪਾ ਰਹੀ ਹੈ ਕਿ ਅਸੀਂ ਕਿੰਨੇ ਮਰਡਰ ਕਰਤੇ, ਤੁਸੀਂ ਦੱਸੋ ਕਿੰਨੇ ਮਰਡਰ। ਇਸ ਤਰ੍ਹਾਂ ਦੀ ਪੁਲਿਸ ਕਿਸ ਤਰ੍ਹਾਂ ਦੀ ਕਰ ਰਿਹਾ ਕੰਮ? ਪੁਲਿਸ ਦਾ ਦੇਖੋ ਸਾਈਬਰ ਸੈੱਲ ਦਾ ਜਿਹੜਾ ਕੰਮ ਹੁੰਦਾ ਨਾ, ਹੁੰਦਾ ਸਰਵੇਲੈਂਸ ਪ੍ਰੋਪਰ ਰੱਖਣਾ ਔਰ ਇਨਪੁਟ ਪ੍ਰੋਵਾਈਡ ਕਰਨਾ। ਹੁਣ ਜਿੱਦਾਂ ਤੁਸੀਂ ਰਿੰਦਾ ਦੀ ਗੱਲ ਕੀਤੀ, ਰਿੰਦਾ ਦੀ ਇੱਕ ਇਨਫੋਰਮੇਸ਼ਨ ਆ ਗਈ ਕਿ ਉਹ ਜਿਹੜੀ ਸੋਸ਼ਲ ਮੀਡੀਆ 'ਤੇ ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਸੋ ਉਹਦੀ ਅਥੈਂਟਿਸਿਟੀ ਚੈੱਕ ਕਰਨ 'ਤੇ ਰਾਠੀ ਜੀ ਕਾਫੀ ਟਾਈਮ ਲੱਗਦਾ। ਜਿਹੜਾ ਜਿੱਦਾਂ IP ਐਡਰੈਸ ਕੱਢਣਾ, ਕਿਹੜੇ ਕੰਟਰੀ ਤੋਂ ਨਿਕਲਿਆ ਹੈ, ਕਈ ਤਰ੍ਹਾਂ ਦੇ ਇਹਦੇ ਵਿੱਚ ਟੈਕਨੀਕੈਲਿਟੀਜ਼ ਆ। ਬਟ ਅਦਰਵਾਈਜ਼ ਸਾਡਾ ਜਿਹੜਾ ਸੋਸ਼ਲ ਮੀਡੀਆ ਸੈੱਲ ਆ, ਸਾਡਾ 3-4 ਜਗ੍ਹਾ 'ਤੇ ਅਲੱਗ-ਅਲੱਗ ਜਗ੍ਹਾ 'ਤੇ ਕੰਮ ਕਰ ਰਿਹਾ। ਲਾਅ ਐਂਡ ਆਰਡਰ ਦੇ ਅੰਡਰ ਵੀ ਕੰਮ ਕਰ ਰਿਹਾ, ਸਾਈਬਰ ਕ੍ਰਾਈਮ ਦੇ ਅੰਡਰ ਵੀ ਕੰਮ ਕਰ ਰਿਹਾ। ਸੋ ਸਾਰਾ ਨਿਗਾਹ ਰੱਖਦੇ ਇਹਦੇ ਉੱਤੇ ਟੋਟਲੀ। ਸੋ ਇਨਫੋਰਮੇਸ਼ਨ ਬਹੁਤ ਸਾਰੀ ਆਉਂਦੀ ਆ ਜਿਹੜੀ ਪਬਲਿਕ ਫੋਰਮ 'ਤੇ ਆਪਾਂ ਸ਼ੇਅਰ ਨਹੀਂ ਕਰ ਸਕਦੇ, ਹਰ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦੇ। ਬਹੁਤ ਸਾਰੇ ਕੇਸਿਸ ਟਰੈਕ ਕਰਨ 'ਚ, ਬਹੁਤ ਸਾਰੇ ਇਸ਼ੂਜ਼ ਰਿਜ਼ੋਲਵ ਕਰਨ ਦੇ ਵਿੱਚ, ਡੇਲੀ ਬੇਸਿਸ 'ਤੇ ਲਾਅ ਐਂਡ ਆਰਡਰ ਦੇ ਇਸ਼ੂਜ਼ ਨੂੰ ਪ੍ਰੋਐਕਟਿਵਲੀ ਰਿਜ਼ੋਲਵ ਕਰਨ ਦੇ ਵਿੱਚ बड़ी ज़्यादा मदद मिलती है सर सोशल मीडिया में। सर रिंदा का जो मामला है उसमें क्या पंजाब पुलिस, क्योंकि इतने मामलों में वांटेड है वो, मतलब कॉन्स्पिरेटर भी रहा है, तो आप लोग क्या प्रयास करेंगे पता लगे कि ये नैचुरली करांगे जी। ऑफिशियल कन्फर्मेशन कोई वांट ना, कोई साढ़े कोले ऑफिशियल इन्फॉर्मेशन आवे, अजे तक ऑफिशियल इन्फॉर्मेशन कोई नहीं आई। वो तो असी कर ही रहे कोशिश कि जो भी खबर की ऑथेंटिसिटी है वो पता चले जल्दी तो जल्दी। बिकॉज साडा ਜਿਹੜੇ ਵੀ ਜਿੰਨੇ ਵੀ ਕ੍ਰਿਮੀਨਲਸ ਬਾਹਰ ਬੈਠੇ ਆ, ਜਿਨ੍ਹਾਂ ਦਾ ਲੀਗਲ ਪ੍ਰੋਸੈਸ ਚੱਲ ਰਿਹਾ ਹੈ, ਜਾਂ ਜਿਹੜੇ ਇੱਥੇ ਕਿਸੇ ਨਾ ਕਿਸੇ ਕੇਸ ਦੇ ਵਿੱਚ ਕਨਾਈਵੈਂਸ 'ਚ ਹੈਗੇ ਆ, ਕਨਸਪੀਰੇਸੀ 'ਚ ਹੈਗੇ ਆ, ਸਾਰੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੰਟਰਸਟ ਆ, ਉਹਨਾਂ ਦੇ ਲੇਟੈਸਟ ਕੀ ਸਟੇਟਸ ਆ ਉਹ 'ਚ ਇੰਟਰਸਟ ਆ। ਬਟ ਅਸੀਂ ਉਦੋਂ ਹੀ ਕੋਈ ਗੱਲ ਕਰ ਪਾਵਾਂਗੇ ਜਦੋਂ ਆਫੀਸ਼ੀਅਲੀ ਕਨਫਰਮ ਹੋਵੇ। ਉਹ ਚੀਜ਼ਾਂ ਰਿਵੀਲ ਇਸ ਸਟੇਜ ਤੇ ਨਹੀਂ ਕੀਤੀਆਂ ਜਾ ਸਕਦੀਆਂ। ਉਹ ਸਾਰੇ ਜੋ ਇਨਫਾਰਮਲ ਫਾਰਮਲ ਚੈਨਲਸ ਆ ਉਹ ਹੁੰਦੇ ਹੀ ਆ, ਬਟ ਹਰ ਚੀਜ਼ ਰਿਵੀਲ ਨਹੀਂ ਕੀਤੀ ਜਾ ਸਕਦੀ। ਆਪਣੇ ਹਰ ਜ਼ਿਲ੍ਹੇ ਦੇ ਵਿੱਚ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲਸ ਬਣੇ ਹੋਏ ਆ, ਚਾਹੇ 2 ਬੰਦੇ ਹੋਣ ਕਿਸੇ, ਚਾਹੇ 4 ਬੰਦੇ ਹੋਣ, ਹਰ ਜ਼ਿਲ੍ਹੇ 'ਚ ਇੱਕ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਬਣਿਆ ਹੋਇਆ ਹੈ। ਉਹ ਲਗਾਤਾਰ ਇਸ ਚੀਜ਼ ਦੇ ਉੱਤੇ ਵਾਚ ਰੱਖ ਰਹੇ ਆ।
ਔਰ ਇਸ ਦੇ ਉੱਤੇ ਜਿਹੜਾ ਵੀ ਕਾਰਵਾਈ, ਜਿਹੜਾ ਵੀ ਗਲਤ ਕੰਮ ਕਰੇਗਾ, ਇਲੀਗਲ ਕੁਝ ਕਰੇਗਾ, ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ, ਚਾਹੇ ਉਹ ਕੋਈ ਮਰਜ਼ੀ ਹੋਵੇ, ਜਿਹੜਾ ਮਰਜ਼ੀ ਸਿੰਗਰ ਹੋਵੇ। ਚਾਹੇ ਗਲੋਰੀਫਿਕੇਸ਼ਨ ਦਾ ਹੈਗਾ ਡਿਸਪਲੇ ਕਰਨਾ। ਦੇਖੋ ਵੈਪਨ ਦਾ ਡਿਸਪਲੇ ਦੋ ਹੀ ਤਰੀਕਿਆਂ ਨਾਲ ਹੁੰਦਾ ਜੀ। ਇੱਕ ਤਾਂ ਹੁੰਦਾ ਸੈਲਫ ਡਿਫੈਂਸ ਦੇ ਵਿੱਚ, ਜਿਹੜਾ ਕਿ ਜਿਹਦੇ ਵਾਸਤੇ ਵੀ ਪ੍ਰੋਪਰ ਪਰਮਿਸ਼ਨ ਹੁੰਦੀ ਆ। ਦੂਸਰਾ ਹੁੰਦਾ ਜਿੱਥੇ ਤੁਸੀਂ ਜਦੋਂ ਵੀ ਕਿਸੇ ਵੈਪਨ ਦਾ ਡਿਸਪਲੇ ਇਸ ਕੰਮ ਵਾਸਤੇ ਕਰਦੇ ਹੋ ਜਿਹੜਾ ਪ੍ਰੋਟੈਕਸ਼ਨ ਜਾਂ ਸੈਲਫ ਡਿਫੈਂਸ ਦੀ ਇੰਡੀਕੇਸ਼ਨ ਨਹੀਂ ਦਿੰਦਾ, ਦੈਟ ਇਜ਼ ਗਲੋਰੀਫਿਕੇਸ਼ਨ। ਇੰਕਲੂਡ ਨਹੀਂ, ਉਹ ਅਜੇ ਤੱਕ ਜਿਹੜਾ ਸਾਡਾ ਆਰਡਰ ਆ ਫਾਇਰ ਆਰਮਸ ਦੇ ਬਾਰੇ 'ਚ। जो ये पूरा इंसिडेंट हुआ है सररिंदा वाला, क्या लगता है कि आईएसआई जो है उसको ट्रैक करने की कोशिश कर रही है? नहीं, मैं इस बारे नहीं कुछ कह सकता जी, मैं नहीं कुछ कह सकता। ਸਰ ਇਹਦੇ ਵਿੱਚ ਇੱਕ ਹੋਰ ਹੈ ਕਿ ਜਿਹੜੀ ਸਿਕਿਉਰਿਟੀ ਰਿਵਿਊਜ਼ ਕਰ ਰਹੇ ਜਿਹੜੇ ਵੀ ਰਿਲੀਜੀਅਸ ਲੀਡਰਸ ਨੇ, ਪੋਲੀਟੀਕਲੀ ਲੀਡਰਸ ਨੇ, ਉਹ ਜਿਹੜੇ ਰਿਵਿਊ ਕਰ ਰਹੇ ਉਹਦੇ ਵਿੱਚ ਹੁਣ ਪੁਲਿਸ ਕਿਸ ਤਰ੍ਹਾਂ ਦੀ ਰਿਵਿਊ ਕਰ ਰਹੀ ਹੈ? ਦੇਖੋ ਉਹਦੇ ਵਿੱਚ ਇੱਕ ਤਾਂ ਅਸੀਂ ਹਰ ਇੱਕ ਦਾ ਥ੍ਰੈਟ ਪਰਸੈਪਸ਼ਨ ਚੈੱਕ ਕਰ ਰਹੇ ਹਾਂ। ਥ੍ਰੈਟ ਪਰਸੈਪਸ਼ਨ ਜਿਹੜੀ ਆ ਉਹ ਡਿਸਟ੍ਰਿਕਟ ਪੁਲਿਸ ਤੋਂ ਚੈੱਕ ਕੀਤੀ ਜਾਂਦੀ ਆ, ਇੰਟੈਲੀਜੈਂਸ ਏਜੰਸੀਜ਼ ਤੋਂ ਚੈੱਕ ਕੀਤੀ ਜਾਂਦੀ ਹੈ ਕਿ ਬੰਦੇ ਨੂੰ ਕਿਸ ਟਾਈਪ ਦਾ ਥ੍ਰੈਟ ਹੈਗਾ ਹੈ। ਦੂਸਰਾ ਹੈਗਾ ਕਿ ਜਦੋਂ ਕਿਸੇ ਦਾ ਥ੍ਰੈਟ ਪਰਸੈਪਸ਼ਨ ਦੇ ਵਿੱਚ ਐਸਟੈਬਲਿਸ਼ ਹੋ ਜਾਂਦਾ ਕਿ ਉਹਨੂੰ ਥ੍ਰੈਟ ਹੈਗਾ ਹੈ, ਸਾਰਿਆਂ ਦੀ ਸਿਕਿਉਰਿਟੀ ਰਿਵਿਊ ਕਰਕੇ ਵੀ ਆਰ ਡੂਇੰਗ ਕਿ ਜਿਹੜੇ ਨਵੇਂ ਮੁੰਡੇ ਆ, ਯੰਗ ਲੋਟ ਆ, ਜਿਹੜਾ 2010 ਤੋਂ ਬਾਅਦ ਦੇ ਜਿਹੜੇ ਭਰਤੀ ਆ, ਪ੍ਰੈਫਰੇਬਲੀ ਉਹਨਾਂ ਨੂੰ ਉਹਨਾਂ ਦੀ ਸਿਕਿਉਰਿਟੀ 'ਚ ਲਾਇਆ ਜਾਵੇ ਤਾਂ ਜੋ ਐਕਟਿਵ ਹੋਣ। ਤੀਸਰਾ ਉਹਨਾਂ ਦੀ ਜਿਹੜੀ ਆ ਹਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬਾਨ, ਸੀਪੀ ਸਾਹਿਬਾਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਜਿਹੜੀ ਆ ਅਲੱਗ ਤੋਂ ਕਰਾ ਰਹੇ। ਉਹਨਾਂ ਦੀ ਟ੍ਰੇਨਿੰਗ 'ਚ ਮੇਨ ਫਾਇਰਿੰਗ ਪ੍ਰੈਕਟਿਸ ਹੁੰਦੀ ਆ। ਸੈਕੰਡ ਇੱਕ ਐਸਓਪੀ ਹੁੰਦੀ ਆ ਅਲਰਟਨੈਸ ਦੀ, ਕਿਸ ਤਰੀਕੇ ਦੇ ਨਾਲ ਸਿਕਿਉਰਿਟੀ ਵਾਲੇ ਨੇ ਅਲਰਟ ਰਹਿਣਾ ਜਦੋਂ ਕਿਸੇ ਦੀ ਪ੍ਰੋਟੈਕਸ਼ਨ ਕਰਨੀ ਹੈ। ਸੋ ਉਹ ਸਾਰਾ ਪ੍ਰੋਸੈਸ ਸਾਡਾ ਚੱਲ ਰਿਹਾ। ਰਿਪਲੇਸਮੈਂਟ ਦਾ ਪ੍ਰੋਸੈਸ ਵੀ ਚੱਲ ਰਿਹਾ, ਟ੍ਰੇਨਿੰਗ ਦਾ ਵੀ ਚੱਲ ਰਿਹਾ, ਔਰ ਥ੍ਰੈਟ ਪਰਸੈਪਸ਼ਨ ਜਿਹੜੀ ਆ ਉਹ ਵੀ ਐਗਜ਼ਾਮਿਨ ਕਰਾਈ ਜਾ ਰਹੀ ਹੈ। ਸੋ ਜਿਸ ਤਰ੍ਹਾਂ ਦੀ ਥ੍ਰੈਟ ਪਰਸੈਪਸ਼ਨ ਜੋ ਰਿਪੋਰਟ ਹੋਏਗੀ ਉਸ ਹਿਸਾਬ ਨਾਲ, ਬਟ ਵੀ ਵਿਲ ਇਨਸ਼ੋਰ ਕਿ ਜਿਹਨੂੰ ਸਿਕਿਉਰਿਟੀ ਦਿੱਤੀ ਜਾਵੇ ਉਹਨੂੰ ਕੈਪੇਬਲ ਬੰਦਿਆਂ ਦੀ ਔਰ ਟ੍ਰੇਨਡ ਬੰਦਿਆਂ ਦੀ ਜਿਹੜੀ ਆ ਸਿਕਿਉਰਿਟੀ ਦਿੱਤੀ ਜਾਵੇ। ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਵਾਲੇ ਦੀ ਵੀਡੀਓ ਆਉਂਦੀ ਹੈ, ਸ਼ਰਿਆਮ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਪੂਰਥਲਾ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ। ਕਾਰਵਾਈ ਹੋਏਗੀ ਜੀ ਉਹਦੇ ਵਿੱਚ ਜੋ ਵੀ ਆਈ ਹੈ। ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹਦੇ ਖਿਲਾਫ ਲੀਗਲ ਕਾਰਵਾਈ ਹੋਏਗੀ। ਜੇ ਤੁਹਾਡੇ ਕੋਲ ਹੈਗੀ ਤੁਸੀਂ ਭੇਜ ਦਿਓ, ਅਸੀਂ ਕੰਸਰਨਡ ਐਸਐਸਪੀ ਕਿਸੇ ਜਿਹੜੇ ਵੀ ਸੀਪੀ ਸਾਹਿਬ ਦਾ ਏਰੀਆ ਉਹਨਾਂ ਨੂੰ ਭੇਜ ਦਿੰਦੇ ਹਾਂ। ਜੋ ਲੀਗਲ ਐਕਸ਼ਨ ਬੰਦਾ ਹੋਏਗਾ, ਜਿਹੜਾ ਡਿਸਪਲੇ ਗਲਤ ਕਰੇਗਾ ਵੈਪਨ ਦਾ, ਮਿਸਯੂਜ਼ ਕਰੇਗਾ ਵੈਪਨ ਦਾ, ਉਹਦੇ ਖਿਲਾਫ ਲੀਗਲ ਐਕਸ਼ਨ ਹੋਏਗਾ। ਸਰ ਤੁਸੀਂ ਸਿਕਿਉਰਿਟੀ ਦੀ ਗੱਲ ਕੀਤੀ ਹੈ, ਸੂਰੀ ਦਾ ਮਰਡਰ ਹੋਇਆ, ਉਹਦੇ ਸਾਰੀ ਸਿਕਿਉਰਿਟੀ ਜਿਹੜੇ ਗਾਰਡਸ ਸੀ ਉਹ ਸਾਰੇ ਮੌਕੇ ਤੇ ਮੌਜੂਦ ਸੀਗੇ, ਇੱਕ ਏਸੀਪੀ ਸਾਹਿਬ ਵੀ ਮੌਜੂਦ ਸੀਗੇ। ਕਿ ਡਿਪਾਰਟਮੈਂਟਲ ਤੌਰ ਤੇ ਕੋਈ ਐਕਸ਼ਨ ਹੋਇਆ ਜਿਹੜੀ ਉਹਨਾਂ ਦੇ ਸਿਕਿਉਰਿਟੀ ਪਰਸਨ ਸੀਗੇ ਉਹ ਜਿਹੜੇ ਏਸੀਪੀ ਸਾਹਿਬ ਉੱਤੇ? ਨਹੀਂ, ਦੇਖੋ ਅਸੀਂ ਅਜੇ ਨਾ ਉਸ ਪਾਸੇ ਅਜੇ ਅਸੀਂ ਰੈਮੀਡੀਅਲ ਮੈਜਰਸ ਜਿਹੜੇ ਆ ਉਸ 'ਤੇ ਫੋਕਸ ਜ਼ਿਆਦਾ ਕੀਤਾ। ਹਰ ਈਵੈਂਟ ਦੇ ਵਿੱਚੋਂ ਤੁਹਾਨੂੰ ਕੁਝ ਲਰਨਿੰਗ ਲੈਸਨਸ ਹੁੰਦੇ ਆ ਤੁਹਾਡੇ ਵਾਸਤੇ। ਸੋ ਇਸੇ ਕਰਕੇ ਅਸੀਂ ਹੁਣ ਜਿਹੜੀ ਸਿਕਿਉਰਿਟੀ ਵਾਲਿਆਂ ਦੀ ਟ੍ਰੇਨਿੰਗ, ਸਿਕਿਉਰਿਟੀ ਦੀ ਰਿਪਲੇਸਮੈਂਟ, ਉਸ ਚੀਜ਼ 'ਤੇ ਫੋਕਸ ਕਰ ਰਹੇ ਹਾਂ ਅਸੀਂ ਕਿ ਲੈਸਨਸ ਜਿਹੜੇ ਕਿਤੇ ਸਿੱਖੇ ਜਾਂਦੇ ਆ ਅਤੇ ਉਹ ਰੈਮੀਡੀਅਲ ਮੈਜਰਸ ਇਮੀਡੀਏਟਲੀ ਲੈਣੇ ਜ਼ਰੂਰੀ ਹੁੰਦੇ ਆ। ਤਦ ਕਰਕੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਟ੍ਰੇਨਿੰਗ, ਰਿਪਲੇਸਮੈਂਟ, ਯੰਗਰ ਲੋਟ, ਕਿਉਂਕਿ ਅਲਰਟਨੈਸ ਲੈਵਲ 'ਚ ਵੀ ਫਰਕ ਪੈ ਜਾਂਦਾ ਜੀ ਉਮਰ ਦੇ ਨਾਲ ਨਾਲ। ਸੋ ਸਾਰੀਆਂ ਚੀਜ਼ਾਂ 'ਤੇ, ਇਹਨਾਂ ਚੀਜ਼ਾਂ 'ਤੇ ਦੀਜ਼ ਆਰ ਲਰਨਿੰਗ ਲੈਸਨਸ ਫॉर ਅਸ ਜਦੋਂ ਵੀ ਕੋਈ ਇੱਦਾਂ ਦਾ ਇੰਸੀਡੈਂਟ ਹੁੰਦਾ ਹੈ। Sir, new issue of Amritpal is cropping up in certain areas of Punjab. Is the police taking any kind of action because he's openly campaigning for Khalistan? ਨਹੀਂ, ਉਹ ਤਾਂ ਦੇਖੋ ਜੇ ਕੋਈ ਇਲੀਗਲ ਕੰਮ ਕਰੇਗਾ ਉਹਦੇ ਖਿਲਾਫ ਹੋਏਗੀ, ਬਟ ਹਰ ਬੰਦੇ ਨੂੰ ਐਕਸਪ੍ਰੈਸ਼ਨ, ਫਰੀडम ਆਫ ਐਕਸਪ੍ਰੈਸ਼ਨ ਦਾ ਹਰ ਇੱਕ ਦਾ ਰਾਈਟ ਹੈ ਜੀ, ਉਹ ਤਾਂ ਦੈਟ ਇਜ਼ ਅ ਫੰਡਾਮੈਂਟਲ ਰਾਈਟ। ਸੋ ਅਸੀਂ ਮੈਂ ਇੱਕ ਸਪੈਸੀਫਿਕ ਬੰਦੇ ਦੀ ਗੱਲ ਨਹੀਂ ਕਰ ਰਹੇ। ਜਿਸ ਤਰ੍ਹਾਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ, ਅਸੀਂ ਤਾਂ ਹਰ ਇੱਕ 'ਤੇ ਨਜ਼ਰ ਰੱਖ ਰਹੇ ਹਾਂ ਜੀ, ਪਰ ਕਾਰਵਾਈ ਉਦੋਂ ਹੀ ਹੁੰਦੀ ਜਦੋਂ ਕੋਈ ਇਲੀਗਲ ਐਕਸ਼ਨ ਕਰੇਗਾ। ਤੁਸੀਂ ਹਥਿਆਰਾਂ ਦੀ ਗਲੋਰੀਫਾਈ ਦੀ ਗੱਲ ਕੀਤੀ, ਅੰਮ੍ਰਿਤਪਾਲ ਦੇ ਨਾਲ ਜਿੰਨੇ ਵੀ ਬੰਦੇ ਘੁੰਮ ਰਹੇ ਉਹਨਾਂ ਦੇ ਹੱਥਾਂ ਦੇ ਵਿੱਚ ਦੇਖੋ ਗਲੋਰੀਫਿਕੇਸ਼ਨ ਤੇ ਮੈਂ ਉਹੀ ਕਹਿ ਰਿਹਾ ਨਾ, ਉਹ ਦੈਟ ਇਜ਼ ਫॉर ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਟੂ ਡਿਸਾਈਡ। ਗਲੋਰੀਫਿਕੇਸ਼ਨ ਦੀ ਡੈਫੀਨੇਸ਼ਨ ਮੈਂ ਹੁਣੇ ਤੁਹਾਨੂੰ ਦੱਸੀ ਕਿ ਜਿੱਦਾਂ ਕੋਈ ਗਾਣਾ ਗਾ ਰਿਹਾ ਹੈ, ਕੋਈ ਫਾਇਰਿੰਗ ਕਰ ਰਿਹਾ ਹੈ। ਸੋ ਪ੍ਰੋਟੈਕਸ਼ਨ ਤੇ ਮੈਂ ਕਿਸੇ ਇੱਕ ਸਪੈਸੀਫਿਕ ਬੰਦੇ ਦੀ ਗੱਲ ਨਹੀਂ ਕਰ ਸਕਦਾ, ਬਟ ਪ੍ਰੋਟੈਕਸ਼ਨ ਤੇ ਗਲੋਰੀਫਿਕੇਸ਼ਨ 'ਚ ਫਰਕ ਹੈ। ਜੇ ਕੋਈ ਉਹ ਵੈਪਨ ਚਲਾਉਂਦਾ ਹੈ, ਹਵਾਈ ਫਾਇਰ ਕਰਦਾ ਹੈ, ਗਲਤ ਤਰੀਕੇ ਨਾਲ ਇੰਡੀਕੇਟ ਕਰਦਾ, ਦੈਟ ਇਜ਼ ਗਲੋਰੀਫਿਕੇਸ਼ਨ। ਜੇ ਕੋਈ ਪ੍ਰੋਟੈਕਸ਼ਨ ਵਾਸਤੇ ਵੈਪਨ ਕੈਰੀ ਕਰਦਾ, ਦੈਟ ਇਜ਼ ਫॉर ਦੀ ਲੋਕਲ ਐਡਮਿਨਿਸਟ੍ਰੇਸ਼ਨ ਟੂ ਡਿਸਾਈਡ ਕਿ ਉਹਨਾਂ ਨੇ ਉਹ ਪ੍ਰੋਪਰ ਪ੍ਰੋਸੀਜਰ, ਲਾਇਸੈਂਸ ਹੈਗਾ ਕਿ ਨਹੀਂ ਹੈਗਾ, ਪ੍ਰੋਪਰ ਪ੍ਰੋਸੀਜਰ ਫੋਲੋ ਕੀਤਾ ਕਿ ਨਹੀਂ ਕੀਤਾ। ਆਪਾਂ ਕਿਤੇ ਇੱਕ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਗੱਲ ਕਰ ਰਹੇ, ਸਾਰਿਆਂ ਬਾਰੇ ਇਹ ਸੇਮ ਰੂਲ ਆ। ਗਲੋਰੀਫਿਕੇਸ਼ਨ ਦਾ ਮਤਲਬ ਥੋੜ੍ਹਾ ਜਿਹਾ ਡਿਫਰੈਂਟ ਆ। ਵੈਪਨ ਕੋਈ ਬੰਦਾ ਲਾਇਸੈਂਸ ਰਿਨਿਊ ਕਰਾਉਣ ਲਈ ਜਾ ਰਿਹਾ ਡੀਸੀ ਆਫਿਸ ਦੇ ਵਿੱਚ,
ਕੋਈ ਵੱਡਾ ਵੈਪਨ ਆ ਉਹਨੂੰ ਵੀ ਕੈਰੀ ਕਰਨਾ ਪਏਗਾ, ਹੱਥ 'ਚ ਲੈ ਕੇ ਜਾਏਗਾ। ਜਾਂ ਈਵਨ ਜਿਹੜੇ ਸਿਕਿਉਰਿਟੀ ਵਾਲੇ ਆ, ਜਿਹੜੇ ਕਿਸੇ ਵੀ ਕਹਿ ਲਓ ਆਫੀਸਰ ਸਾਹਿਬਾਨ ਦੇ ਨਾਲ ਹੁੰਦੇ, ਥ੍ਰੈਟਨ ਬੰਦੇ ਦੇ ਨਾਲ ਹੁੰਦੇ, ਉਹਨਾਂ ਨੂੰ ਵੀ ਕੈਰੀ ਕਰਨਾ ਪੈਂਦਾ। ਸੋ ਉਹ ਵਾਲੀ ਲਾਈਨ ਨੂੰ ਜਿਹੜਾ ਹੈ ਉਹ ਡੈਟ ਇਜ਼ ਫॉर ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਟੂ ਡਿਸਾਈਡ, ਐਂਡ ਉਹਦੇ ਹਿਸਾਬ ਨਾਲ ਲੀਗਲ ਐਕਸ਼ਨ ਹੁੰਦਾ ਉਹਦੇ ਵਿੱਚ। ਗਿੱਲ ਸਾਹਿਬ, ਪੰਜਾਬ ਪੁਲਿਸ ਨੇ ਪਹਿਲਾਂ ਸਿਕਿਉਰਿਟੀ ਰਿਵਿਊ ਕਰਨ ਦਾ ਆਰਡਰ ਦਿੱਤਾ, ਸਰਕਾਰ ਨੇ ਦਿੱਤਾ ਸੀਗਾ, ਔਰ ਪੰਜਾਬ ਪੁਲਿਸ ਨੇ ਮਸ਼ੀਨ ਦੀ ਤਰ੍ਹਾਂ ਲੋਕਾਂ ਦੀ ਸਿਕਿਉਰਿਟੀ ਵਾਪਸ ਲਈ ਇਨ ਦੈਟ ਕੇਸ ਸਿੱਧੂ ਮੂਸੇਵਾਲਾ ਦਾ ਮਰਡਰ ਕਰ। ਹੁਣ ਸਰਕਾਰ ਨੇ ਆਰਡਰ ਦਿੱਤਾ ਹੈ ਕਿ ਫਾਇਰਆਰਮ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਰਿਵਿਊ ਕਰੋ ਤੇ ਵਾਪਸ ਕਰੋ। 200-250 ਦੇ ਆਸ-ਪਾਸ ਲਾਇਸੈਂਸ ਪਟਿਆਲਾ ਪ੍ਰਸ਼ਾਸਨ ਨੇ ਸਸਪੈਂਡ ਕਰ ਦਿੱਤੇ ਕਿ ਇਹਦੇ ਬਾਅਦ ਉਹਨਾਂ ਲੋਕਾਂ ਨੂੰ ਕੋਈ ਖਤਰਾ ਹੋਏਗਾ ਉਹਨੂੰ ਨਹੀਂ ਦੇਖੋ, ਇਹ ਜਿਹੜਾ ਨਾ ਸਸਪੈਂਡ ਦੀ ਕਈ ਵਾਰੀ ਗਲਤ ਤਰੀਕੇ ਨਾਲ ਇੰਟਰਪ੍ਰੈਟ ਹੋ ਜਾਂਦਾ ਹੈ। ਲਾਅ ਦੇ ਵਿੱਚ ਜਿਹੜਾ ਨਵਾਂ ਆਰਮਸ ਐਕਟ ਸੀਗਾ ਨਾ ਜੀ, ਉਹਦੇ ਵਿੱਚ ਇਹ ਸੀਗਾ ਕਿ 2 ਤੋਂ ਵੱਧ ਵੈਪਨ ਨਹੀਂ ਰੱਖ ਸਕਦਾ ਕੋਈ, 3 ਨਹੀਂ ਰੱਖ ਸਕਦੇ। ਜਿਹਦੇ ਕੋਲੇ 3 ਨੇ ਉਹਨੂੰ ਇੱਕ ਸਰੈਂਡਰ ਕਰਨਾ ਹੁੰਦਾ ਵਿਦ ਇਨ ਅ ਪੀਰੀਅਡ ਆਫ 1 ਈਅਰ। ਉਹਨੂੰ ਬਕਾਇਦਾ ਨੋਟਿਸ ਇਸ਼ੂ ਹੁੰਦਾ, ਜੇ ਉਹ ਨਹੀਂ ਸਰੈਂਡਰ ਕਰਦਾ ਫਿਰ ਜਿਹੜਾ ਪਟਿਆਲੇ ਵਾਲਾ ਗੋਲਡੀ ਬਰਾੜ ਦੇ ਨਾਲ ਉਹਦੇ ਕਨੈਕਸ਼ਨਸ ਹੈਗੇ ਆ। ਕੀ ਅਜਿਹੇ ਟੈਰਰ ਫੰਡਿੰਗ ਜੋ ਹੋ ਰਹੀ ਹੈ, ਪਹਿਲੇ ਵੀ ਕਹਿ ਰਹੇ ਅੱਤਵਾਦ ਗੈਂਗਸਟਰ ਮਿਲ ਕੇ ਫੰਡਿੰਗ ਕਰ ਰਹੇ ਨੇ ਤਾਂ ਜੋ ਪੰਜਾਬ ਦਾ ਨਹੀਂ, ਇਸ ਕੇਸ ਬਾਰੇ ਨਹੀਂ ਮੈਨੂੰ ਪਤਾ, ਬਟ ਟੈਰਰ ਫੰਡਿੰਗ ਤੇ ਤਾਂ ਲਾਅ ਬੜਾ ਕਲੀਅਰ ਹੈ। ਜੇ ਕੋਈ ਇਦਾਂ ਦੀ ਚੀਜ਼ ਐਸਟੈਬਲਿਸ਼ ਹੁੰਦੀ ਹੈ ਤਾਂ UAP ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਉਸ ਚੀਜ਼ ਦੀ। ਸੋ ਉਹਦੀ ਡੈਫੀਨੇਸ਼ਨ ਦੇ ਵਿੱਚ ਆਉਣਾ ਚਾਹੀਦਾ ਜੀ। ਦੇਖੋ, ਕਾਨੂੰਨ ਮੁਤਾਬਕ ਜਦੋਂ ਆਪਾਂ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਕਰਨੀ ਹੈ, ਉਹ ਕਿਸੇ ਐਕਟ ਦੀ ਧਾਰਾ ਦੇ ਅੰਡਰ ਆਉਣਾ ਚਾਹੀਦਾ ਹੈ, ਡੈਫੀਨੇਸ਼ਨ 'ਚ ਆਉਣਾ ਚਾਹੀਦਾ ਹੈ। ਚਾਹੇ ਉਹ IPC 'ਚ ਆਵੇ, ਚਾਹੇ ਕਿਸੇ ਸਪੈਸੀਫਿਕ ਪਰਟੀਕੂਲਰ ਲਾਅ 'ਚ ਆਵੇ, ਉਹਦੇ ਅੰਡਰ ਆਏਗਾ ਤਾਂ ਕਾਰਵਾਈ ਹੋਏਗੀ ਉਹਦੇ ਵਿੱਚ। ਜਿੰਦੇ ਸਿੰਘ ਦੀ ਗੱਲਬਾਤ ਕਰ ਲਈਏ, ਬੱਬੂ ਮਾਨ ਨੂੰ ਪ੍ਰੈਸ ਕਾਲ ਆਉਂਦੀ ਹੈ, ਉਸ ਤੋਂ ਬਾਅਦ ਰੱਖਿਆ ਉਹਨਾਂ ਦੀ ਵਧਾਈ ਜਾਂਦੀ ਹੈ, ਤਾਂ ਉਸ ਮਾਮਲੇ ਦੇ ਵਿੱਚ ਕੁਝ ਕਲੀਅਰ ਹੋਇਆ ਕਿ ਮੇਰੇ ਨੌਲੇਜ ਐਸਾ ਇੰਨੀ ਡਿਟੇਲਸ ਨਹੀਂ ਹੈਗੀ। ਉਹ ਤਾਂ ਜਿਹੜੇ ਵੀ ਬੰਦੇ ਨੂੰ ਹੋਏਗਾ, ਨੈਚੁਰਲੀ ਪੁਲਿਸ ਡਿਊਟੀ ਬਾਉਂਡ ਆ ਉਹਦੀ ਪ੍ਰੋਟੈਕਸ਼ਨ ਵਾਸਤੇ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਸਰਦੀ ਉਹਨਾਂ ਨੇ 13 ਕਿਲੋ ਹੈਰੋਇਨ ਫੜੀ ਆ। ਉਹ 13 ਕਿਲੋ ਦੇ ਵਿੱਚ 2 ਬੰਦੇ ਜਿਹੜੇ ਅਰੈਸਟ ਕੀਤੇ ਆ, ਇੱਕ ਸੁਖਵੀਰ ਸਿੰਘ ਔਰ ਇੱਕ ਬਿੰਦੂ ਸਿੰਘ। ਇਹ ਦੋਨੋਂ ਜਿਹੜੇ ਨੇ ਹਨੂਮਾਨਗੜ੍ਹ ਦੇ ਰਹਿਣ ਵਾਲੇ ਆ। ਔਰ ਇਹ ਜਿਹੜੀ ਉਹਨਾਂ ਨੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜੰਮੂ ਕਸ਼ਮੀਰ ਤੋਂ ਹੈਰੋਇਨ ਲੈ ਕੇ ਆ ਰਹੇ ਸੀਗੇ 13 ਕਿਲੋ, ਔਰ ਅੱਗੇ ਇਹਨਾਂ ਨੇ ਹਨੂਮਾਨਗੜ੍ਹ ਰਾਜਸਥਾਨ 'ਚ ਲੈ ਕੇ ਜਾਣੀ ਸੀਗੀ। ਸੋ ਇਹ 2 ਬੰਦੇ ਕਾਊਂਟਰ ਇੰਟੈਲੀਜੈਂਸ ਵਿੰਗ ਜਿਹੜਾ ਅੰਮ੍ਰਿਤਸਰ ਸਾਡਾ ਜਿਹੜਾ ਉਹਨਾਂ ਨੇ ਅਰੈਸਟ ਕੀਤੇ ਆ। ਔਰ ਜੋ ਇਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਜਿਹੜੇ 2 ਬੰਦੇ ਅੱਗੇ ਇਹਨਾਂ ਨੇ ਫਰਦਰ ਆਇਡੈਂਟੀਫਾਈ ਕੀਤੇ ਆ, ਉਹਦੇ ਸਬੰਧ 'ਚ ਜਿਹੜਾ ਸਾਡਾ ਕਾਊਂਟਰ ਇੰਟੈਲੀਜੈਂਸ ਵਿੰਗ ਆ ਉਹ ਰਾਜਸਥਾਨ ਪੁਲਿਸ ਦੇ ਨਾਲ ਟੱਚ 'ਚ ਆ। ਔਰ ਇਹ ਜਿਹੜਾ ਨੈਕਸਸ ਆ ਜਿਹੜਾ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ ਨੂੰ ਟ੍ਰਾਂਜ਼ਿਟ ਰੂਟ ਦੇ ਤੌਰ ਤੇ ਯੂਜ਼ ਕਰਕੇ ਅੱਗੇ ਰਾਜਸਥਾਨ ਲੈ ਕੇ ਜਾਣੀ ਸੀਗੀ, ਉਹ ਸਾਰਾ ਨੈਕਸਸ ਜਿਹੜਾ ਉਹਦੇ ਨਾਲ ਬ੍ਰੇਕ ਹੋਏਗਾ। ਤੇ ਅੱਜ ਹੀ ਇਹਨਾਂ ਨੂੰ ਅਰੈਸਟ ਕੀਤਾ ਹੈ ਔਰ ਬਾਕੀ ਪੁੱਛਗਿੱਛ ਜਿਹੜੀ ਇਹਨਾਂ ਦੀ ਫਰਦਰ ਜਾਰੀ ਹੈ ਇਸ ਕੇਸ ਦੇ ਵਿੱਚ।